ਜਕਾਰਾ ਪਾਉਣਾ ਹਰੀ ਬਾਬਾ ਜੀ ਦਾ। ਜਕਾਰਾ ਦੂਦਾ ਧਾਰੀ ਬਾਬਾ ਜੀ ਦਾ। ਇੱਕ ਬਾਬਾ ਜੀ ਦੀ ਭਗਤਣੀ ਬਾਬਾ ਪੌਣਾ ਹਰੀ ਜੀ ਨਾਲ ਦਿਲੋਂ ਪ੍ਰੇਮ ਕਰਦੀ ਆ, ਸੱਚੇ ਦਿਲੋਂ। ਉਹ ਬਾਬਾ ਜੀ ਦੇ ਅਕਸਰ ਜਾਂਦੀ ਮੱਥਾ ਟੇਕਣ। ਬੱਸ ਵਿੱਚ ਇਕੱਲੀ ਨੇ ਜਾਣਾ ਅਤੇ ਉਹਦੀ ਇੱਕ ਦਿਨ ਸਹੇਲੀ ਉਹਨੂੰ ਕਹਿੰਦੀ ਆ ਕਿ ਤੂੰ ਇਕੱਲੀ ਜਾਂਦੀ ਆ, ਤੂੰ ਇੱਦਾਂ ਕਰ, ਜਿਨ੍ਹਾਂ ਸੰਤਾਂ ਨਾਲ ਮੈਂ ਜਾਂਦੀ ਹਾਂ, ਜਿਨ੍ਹਾਂ ਸਾਧੂਆਂ ਨਾਲ ਮੈਂ ਜਾਂਦੀ ਹਾਂ, ਜਦੋਂ ਬਾਬਾ ਜੀ ਦੇ ਚੇਤ ਮਹੀਨੇ ਸੰਗ ਜਾਂਦੇ ਆ, ਤੂੰ ਉਸ ਵੇਲੇ ਸਾਡੇ ਨਾਲ ਜਾਇਆ ਕਰ। ਅਤੇ ਉਹ ਕਹਿੰਦੀ ਤੇਰੀ ਮਨੋਕਾਮਨਾ ਕੀ ਆ? ਆਪਸ ਵਿੱਚ ਤਾਂ ਗੱਲਾਂ ਕਰਦੇ ਹਨ ਸਹੇਲੀਆਂ। ਉਹ ਕਹਿੰਦੀ ਮੇਰੀ ਮਨੋਕਾਮਨਾ ਇਹ ਹੈ ਕਿ ਮੇਰਾ ਪੁੱਤ ਜਿਹੜਾ ਆ ਉਹਦੇ ਕੋਲ ਕੰਮਕਾਰ ਬਹੁਤ ਵਧੀਆ ਆ, ਕਿਸੇ ਚੀਜ਼ ਦੀ ਕਮੀ ਨਹੀਂ, ਕਹਿੰਦੀ ਸਾਨੂੰ ਕਿਸੇ ਚੀਜ਼ ਦੀ ਕਹਿੰਦੀ ਕਮੀ ਨਹੀਂ ਸਾਨੂੰ। ਪਰ ਕਹਿੰਦੀ ਜਿੱਦਾਂ ਸਾਡਾ ਵਾਧਾ ਨਹੀਂ ਹੁੰਦਾ ਪਿਆ, ਕਹਿੰਦੀ ਸਾਡੇ ਜਿੱਦਾਂ ਹੈ ਨਾ ਪੋਤਾ ਨਹੀਂ ਹੈਗਾ ਮੇਰੇ। ਅਤੇ ਉਹ ਕਹਿੰਦੀ ਤੂੰ ਇੱਦਾਂ ਕਰ, ਜਿਨ੍ਹਾਂ ਸਾਧੂਆਂ ਨਾਲ ਮੈਂ ਜਾਂਦੀ ਬਾਬਾ ਜੀ ਦੇ ਸੰਗ ਲੈ ਕੇ ਜਾਂਦੇ ਚੇਤ ਮਹੀਨੇ, ਬਹੁਤ ਰੌਣਕਾਂ ਲੱਗਦੀਆਂ, ਤੂੰ ਸਗੋਂ ਇਕੱਲੀ ਜਾਂਦੀ ਆ, ਸੰਗ ਵਿੱਚ ਸਾਡੇ ਨਾਲ ਜਾਇਆ ਕਰ ਅਤੇ ਉਹਨਾਂ ਨਾਲ ਆਪਾਂ ਗੱਲ ਕਰਾਂਗੇ। ਉਹ ਹੁਣ ਸੰਗ ਵਿੱਚ ਜਦੋਂ ਜਾਂਦੀ ਆ ਮਨ ਬਣਾ ਲੈਂਦੀ ਆ, ਚੇਤ ਮਹੀਨਾ ਆਉਂਦਾ, ਉਹ ਸਾਧੂਆਂ ਨਾਲ ਗੱਲ ਕਰਦੀ। ਉਹਨਾਂ ਸਾਧੂਆਂ ਨੇ ਕੀ ਕੀਤਾ, ਉਹਨੂੰ ਕਹਿ ਦਿੱਤਾ ਕਹਿੰਦੇ 11,000 ਦਾ ਝੰਡਾ ਬਣਨਾ, ਤੇਰੇ ਪੋਤਾ ਹੋ ਜਾਊਗਾ। ਸਮਾਂ ਪਿਆ, ਉਹਨੇ ਪੈਸੇ ਦੇ ਦਿੱਤੇ, ਚਾਲਾ ਵੀ ਗਈ, ਰੌਣਕਾਂ ਵੀ ਦੇਖੀਆਂ, ਘੁੰਮ ਫਿਰ ਕੇ ਫਿਰ ਘਰ ਆ ਗਈ। ਫਿਰ ਅਗਲੇ ਸਾਲ ਗਈ, ਫਿਰ ਉਹਨਾਂ ਨੇ ਝੰਡੇ ਦੀ ਜਿਹੜੀ ਕੀਮਤ ਆ 15,000 ਕਰ ਦਿੱਤੀ। ਫਿਰ ਅਗਲੇ ਸਾਲ 21,000 ਕਰ ਦਿੱਤੀ। ਹੌਲੀ ਹੌਲੀ ਝੰਡੇ ਦੀ ਕੀਮਤ ਵੱਧਦੀ ਗਈ, 31,000, ਕਦੀ 51,000, ਕਦੀ ਕਹਿ ਦੇਣਾ 31 ਕਿਲੋ ਦੇਸੀ ਘੇ ਚੜਾ ਹੁਣ ਤੂੰ। ਜਦੋਂ ਉਹਨੇ ਕਹਿਣਾ ਮੇਰੇ ਪੋਤਾ ਹੋਇਆ ਨਹੀਂ, ਫਿਰ ਕਹਿਣਾ ਉਹਨੇ ਕਹਿਣਾ ਤੂੰ ਹੁਣ ਇੱਕ ਕਮੀ ਰਹਿ ਗਈ, ਕਹਿਣਾ ਰੋਟਾਂ ਦੀ ਸੇਵਾ ਨਹੀਂ ਦੇ ਸਕੀ ਤੂੰ। ਉਹ ਕਹਿੰਦੇ ਹੁਣ 31 ਕਿਲੋ ਦੇਸੀ ਘੇ ਚੜਾ, ਨਾਲ ਗੁੜ ਚੜਾ, ਬਦਾਮ ਚੜਾ, ਅਖਰੋਟ ਪਾਉਣੇ, ਇੱਦਾਂ ਸੌਗੀਆਂ ਪਾਉਣੀਆਂ, ਅਸੀਂ ਬਾਬਾ ਜੀ ਰੋਟ ਬਣਾਉਣੇ ਆ ਸੁੰਦਰ ਸੁੰਦਰ। ਉੱਤੋਂ ਫਿਰ ਉਹਨਾਂ ਨੇ ਪੈਸੇ ਲੈ ਲੈਣੇ, ਪਰ ਉਹਦੇ ਪੈਸੇ ਦਿੰਦੀ ਗਈ। ਹੁਣ ਘਰ ਵਿੱਚ ਲੜਾਈ ਹੋਣ ਲੱਗ ਪਈ, ਪੈਸੇ ਮੁੱਕ ਜਾਂਦੇ ਸੀ। ਫਿਰ ਉਹਨੇ ਕਹਿਣਾ ਇਹ ਲੰਗਰ ਲਾਉਣਾ, ਤੂੰ ਕਿੰਨੀ ਲੱਖਾਂ ਰੁਪਏ ਲਈ ਜਾਣੇ, ਪਰ ਕੁਛ ਨਹੀਂ ਮਿਲਿਆ ਉਹਨੂੰ। ਪੋਤਾ ਵੀ ਨਹੀਂ ਹੋਇਆ ਅਤੇ ਉਹਦੇ ਘਰ ਲੜਾਈ ਵੀ ਵੱਧ ਗਈ, ਕਿਉਂਕਿ ਪੈਸਾ ਘੱਟ ਗਿਆ। ਸਮਾਂ ਪਿਆ, ਉਹ ਜਿਹੜੀ ਬਾਬਾ ਜੀ ਦੀ ਭਗਤ ਨਹੀਂ ਹੁੰਦੀ, ਉਹਦਾ ਬਾਬਾ ਜੀ ਤੋਂ ਵਿਸ਼ਵਾਸ ਹੀ ਟੁੱਟ ਗਿਆ। ਉਹ ਹੁਣ ਜਿਹੜਾ ਵੀ ਕੋਈ ਸਾਧੂ, ਜਦੋਂ ਕਿਸੇ ਸਾਧੂ ਨੂੰ ਦੇਖਣਾ, ਉਹਨੇ ਭਾਗਵੇਂ ਕੱਪੜੇ ਪਾਏ ਜਾਂ ਬਾਬਾ ਜੀ ਦੀ ਕੋਈ ਗੱਲ ਸੁਣਾਉਂਦਾ, ਉਹਨੇ ਉਹਨੂੰ ਮੰਦੇ ਚੰਗੇ ਬੋਲ ਬੋਲਣ ਲੱਗ ਪੈਣੇ, ਗਾਲਾਂ ਕੱਢਣ ਲੱਗ ਪੈਣੀਆਂ। ਉਹਨੂੰ ਵਿਸ਼ਵਾਸ ਹੀ ਉੱਠ ਗਿਆ ਕਿ ਇਹ ਚੰਗੇ ਹੀ ਨਹੀਂ ਹੁੰਦੇ। ਸਮਾਂ ਪਿਆ, ਹੁਣ ਪੌਣਾ ਹਰੀ ਤਾਂ ਸਰਵ ਕਲਾ ਸੰਪੂਰਨ, ਜਗਤ ਦੇ ਪਾਲਣਹਾਰ ਆ ਬਾਬਾ ਜੀ। ਬਾਬਾ ਜੀ ਨੇ ਕੀ ਕੀਤਾ, ਐਸੀ ਲੀਲਾ ਰਚਾਈ, ਸਮੇਂ ਚੱਕਰ ਚਲਾਇਆ ਕਿ ਬਾਬਾ ਜੀ ਸਵੈਮ ਚੱਕਰਧਾਰੀ ਆ, ਕਲਾਧਾਰੀ ਆ। ਉਹਨਾਂ ਨੇ ਇੱਕ ਸਮੇਂ ਚੱਕਰ ਚਲਾਇਆ। ਇੱਕ ਬਾਬਾ ਜੀ ਦਾ ਹੋਰ ਭਗਤ ਹੁੰਦਾ, ਹੋਰ ਕੋਈ ਸੰਤ ਆ, ਹੁਣ ਉਹ ਬਾਬਾ ਜੀ ਦੀ ਤਪੱਸਿਆ ਕਰਦੇ ਆ। ਉਹ ਵੀ ਇੱਕ ਪਿੰਡ ਵਿੱਚ ਭਗਤੀ ਕਰਦੇ ਹੁੰਦੇ ਅਤੇ ਉਹ ਬਾਬਾ ਜੀ ਨੂੰ ਬਹੁਤ ਜ਼ਿਆਦਾ ਮੰਨਦੇ ਹੁੰਦੇ ਆ। ਉਸ ਪਿੰਡ ਵਿੱਚ ਉਹ ਭਗਤੀ ਕਰਦੇ, ਸੰਗਤ ਨੂੰ ਜੋੜਦੇ, ਬਾਬਾ ਜੀ ਦੀਆਂ ਕਹਾਣੀਆਂ ਸੁਣਾਉਂਦੇ, ਭੇਟਾਂ ਵੀ ਗਾਉਂਦੇ ਹੁੰਦੇ ਆ। ਪਰ ਇੱਕ ਦਿਨ ਪਿੰਡ ਛੱਡ ਕੇ ਜੰਗਲ ਵਿੱਚ ਭਗਤੀ ਕਰਨ ਚਲੇ ਜਾਂਦੇ। ਜਦੋਂ ਜੰਗਲ ਵਿੱਚ ਭਗਤੀ ਕਰਦੇ, ਬਿਨਾਂ ਸਵਾਰਥ ਤੋਂ, ਕਿਸੇ ਦੀ ਕੋਈ ਅਰਦਾਸ ਹੀ ਨਹੀਂ ਕਰਦੇ, ਕਿਸੇ ਤੋਂ ਮੱਥਾ ਹੀ ਨਹੀਂ ਟਿਕਾਉਂਦੇ, ਨਾ ਕਿਸੇ ਤੋਂ ਕੋਈ ਪੈਸੇ ਲੈਂਦੇ ਆ, ਬਸ ਆਪਣਾ ਪਰਮਾਤਮਾ ਵਿੱਚ ਲਿਵ ਲਾ ਲਈ। ਉਹਨਾਂ ਕੋਲ ਜੋਤ ਜਗਾਉਣ ਨੂੰ ਦੇਸੀ ਘੇ ਵੀ ਨਹੀਂ ਹੁੰਦਾ, ਬਸ ਉਹਨਾਂ ਦੀ ਜਿਹੜੀ ਜੋਤ ਹੁੰਦੀ ਆ ਉਹ ਨਾਮ ਦੀ ਜੋਤ ਜਗਾਉਣੀ ਅਤੇ ਬਾਬਾ ਜੀ ਨੂੰ ਕਹਿ ਦੇਣਾ ਕਿ ਹੇ ਬਾਬਾ ਜੀ ਜੋਤ ਜਗ ਜਾਏ ਤੇਰੇ ਨਾਮ ਵਾਲੀ, ਮੇਰੇ ਮਨ ਦਾ ਹਨੇਰਾ ਦੂਰ ਹੋ ਜਾਏ। ਪੌਣਾ ਹਰੀ ਦੂਦਾ ਧਾਰੀ, ਤਿੰਨ ਲੋਕ ਦੇ ਮਾਲਕ, ਉਸ ਆਪਣੇ ਭਗਤ ਦੇ ਸੁਪਨੇ ਵਿੱਚ ਜਾਂਦੇ ਆ, ਜਿਹੜੇ ਸੰਤ ਹੁਣ ਜੰਗਲ ਵਿੱਚ ਰਹਿੰਦੇ ਆ। ਉਹਨਾਂ ਪਿੰਡ ਛੱਡ ਦਿੱਤਾ ਸੀ, ਉਹਨਾਂ ਕੋਲ ਗਏ। ਪੌਣਾ ਹਰੀ ਜੀ ਕਹਿਣ ਲੱਗੇ ਆਪਣੇ ਭਗਤ ਨੂੰ, ਉਹ ਕਹਿੰਦੇ ਭਗਤਾ ਸੰਤ ਤਾਂ ਸਾਡੇ ਲਈ ਹੈ ਨਾ, ਬਾਬਾ ਜੀ ਦੀ ਤਾਂ ਭਗਤ ਹੀ ਆ। ਹੁਣ ਆਪਣੇ ਭਗਤ ਨੂੰ ਦੂਦਾਧਾਰੀ ਜੀ ਕਹਿ ਰਹੇ, ਕਹਿੰਦੇ ਭਗਤਾ, ਕਹਿੰਦੇ ਤੂੰ ਆਪਣੀ ਸੋਚ ਅਨੁਸਾਰ ਹੈਲਪ ਕਰਨੀ ਹੈ ਇੱਕ ਭਗਤਣੀ ਦੀ। ਇੱਕ ਪਿੰਡ ਵਿੱਚ ਜਾ, ਉੱਥੋਂ ਕੁਛ ਮੰਗ ਕੇ ਲੈ ਕੇ ਆ, ਤੂੰ ਰੋਜ਼ ਜਾਇਆ ਕਰਨਾ। ਕਹਿੰਦੇ ਹੁਣ ਕਹਿੰਦੇ ਆਪਣਾ ਦਰਬਾਰ ਵੀ ਆ, ਪਰ ਰੋਜ਼ ਜਾਣਾ ਜਾ। ਜਿਹੜੇ ਬਾਬਾ ਜੀ ਨੂੰ ਮੰਨਦੇ, ਉਹ ਕਹਿੰਦੇ ਪਰਮਾਤਮਾ ਮੇਰੇ ਮਾਲਕ ਹੈ, ਉਹਨੇ ਮਾਲਕ ਦਾ ਹੁਕਮ ਮੰਨਣਾ ਜਿਹਦੀ ਆਪਾਂ ਭਗਤੀ ਕਰਦੇ। ਉਹਨਾਂ ਨੇ ਹੁਣ ਆਪਣੇ ਮਾਲਕ ਦਾ ਹੁਕਮ ਮੰਨਿਆ ਅਤੇ ਉਹ ਪਿੰਡ ਵਿੱਚ ਚਲੇ ਜਾਂਦੇ ਆ, ਜਾ ਕੇ ਅਲਖ ਜਗਾਉਂਦੇ ਆ, ਭੇਟ ਸੁਣਾਉਂਦੇ, ਪਿੰਡ ਵਿੱਚ ਗਲੀਆਂ ਵਿੱਚ ਟਪਲੀ ਵਜਾਉਂਦੇ ਆ, ਭੇਟ ਸੁਣਾਉਂਦੇ ਆ। ਆਨੰਦ ਹੀ ਆਨੰਦ, ਉਹਨਾਂ ਦੀ ਆਵਾਜ਼ ਬੜੀ ਸੁੰਦਰ, ਮੋਹਿਤ ਹੋ ਜਾਂਦੇ ਸਾਰੇ।
ਤੇ ਉਹ ਜਨਾਨੀ ਦੇ ਘਰ ਜਾ ਕੇ ਦਰਵਾਜ਼ਾ ਖੁੱਲ੍ਹਾ ਹੁੰਦਾ ਤੇ ਉੱਥੇ ਜਾ ਕੇ ਜੈ ਬਾਬੇ ਦੀ ਕਹਿੰਦੇ ਅਲਖ ਜਗਾਉਂਦੇ, ਕਹਿੰਦੇ ਸਾਨੂੰ ਕੁਛ ਖਾਣ ਨੂੰ ਦੇ। ਉਹ ਬਾਣਾ ਪਾਇਆ ਹੁੰਦਾ ਉਹਨਾਂ ਨੇ ਬਾਬਾ ਜੀ ਨਾਂ ਦਾ। ਉਹ ਜਨਾਨੀ ਕਹਿੰਦੀ ਆ ਗਿਆ, ਗਲਤ ਬੋਲਦੀ ਹੈ, ਗਾਲਾਂ ਕੱਢਣ ਆਪਾਂਦੀ ਸੰਤਾਂ ਨੂੰ। ਕਹਿੰਦੀ ਐਡਾ ਜਵਾਨ ਆ, ਭੀਖ ਮੰਗਦਾ ਪਿਆ, ਚੱਲ ਦੌੜ ਇੱਥੋਂ। ਤੇ ਪਰ ਜਿਹੜੇ ਹੋਰ ਗੁਆਂਢੀ ਹੁੰਦੇ ਉਹਨਾਂ ਨੂੰ ਭੋਜਨ ਦੇ ਦਿੰਦੇ ਆ। ਦੂਸਰੇ ਦਿਨ ਉਹ ਫੇਰ ਆ ਜਾਂਦੇ ਆ, ਫਿਰ ਉਹ ਗਾਲਾਂ ਕੱਢਦੇ ਆ, ਫੇਰ ਆਉਂਦੇ ਆ, ਫੇਰ ਗਾਲਾਂ ਕੱਢਦੇ ਆ। ਸਮਾਂ ਪੈਂਦਾ, ਹੋਰ ਜਿਹੜੀਆਂ ਗੁਆਂਢਣਾਂ ਹੁੰਦੀਆਂ ਜਨਾਨੀਆਂ ਜਾਂ ਬੰਦੇ, ਉਹ ਕਹਿੰਦੇ ਬਾਬਾ ਜੀ ਤੁਸੀਂ ਕਿਸੇ ਤੋਂ ਮੱਥਾ ਨਹੀਂ ਟਿਕਾਉਂਦੇ, ਪੈਸੇ ਵੀ ਨਹੀਂ ਲੈਂਦੇ, ਕਿਸੇ ਦੀ ਅਰਦਾਸ ਨਹੀਂ ਕਰਦੇ। ਸਾਡੀ ਤਮੰਨਾ ਹੈ ਕਿ ਇਸ ਔਰਤ ਦੇ ਘਰੋਂ ਭੋਜਨ ਨਾ ਮੰਗਿਆ ਕਰੋ। ਕਹਿੰਦੇ ਸਾਡੇ ਕੋਲੋਂ ਲੈ ਲਿਆ ਕਰੋ, ਅਸੀਂ ਤੁਹਾਨੂੰ ਖਾਣਾ ਖਿਲਾ ਦਿਆ ਕਰਾਂਗੇ। ਕੁਛ ਬੰਦੇ ਕਹਿਣ ਲੱਗੇ ਜੀ ਮੇਰੀ ਪਤਨੀ ਬਣਾ ਕੇ ਦਿਆ ਕਰੂਗੀ। ਕੋਈ ਜਨਾਨੀ ਕਹਿੰਦੀ ਮੈਂ ਬਾਬਾ ਜੀ ਬਣਾ ਦਿਆ ਕਰੂੰਗੀ। ਕਹਿੰਦੇ ਸਾਡਾ ਦਿਲ ਟੁੱਟਦਾ ਜਦੋਂ ਔਰਤ ਤੁਹਾਨੂੰ ਗਾਲਾਂ ਕੱਢਦੀ ਗੰਦੀਆਂ। ਤੇ ਉਹ ਸੰਤ ਕਹਿਣ ਲੱਗੇ, ਕਹਿੰਦੇ ਕੋਈ ਗੱਲ ਨਹੀਂ ਪੁੱਤਰੋ। ਉਹ ਜਿੱਦਾਂ ਲੜਕਿਆਂ ਨੂੰ ਵੀ ਪੁੱਤਰ ਹੀ ਕਹਿੰਦੇ ਸੀ, ਕਹਿੰਦੇ ਕੋਈ ਗੱਲ ਨਹੀਂ ਪੁੱਤਰੋ, ਕਹਿੰਦੇ ਜੋ ਮੈਨੂੰ ਗਾਲਾਂ ਕੱਢਦੀ ਆ ਬਹੁਤ ਚੰਗਾ ਕਰਮ ਕਰਦੀ ਆ, ਕਹਿੰਦੇ ਮੇਰਾ ਕੋਈ ਜਨਮ ਸਫਲਾ ਕਰਦੀ, ਕਹਿੰਦੇ ਮੇਰਾ ਕੋਈ ਅੱਗਾ ਸਵਾਰਦੀ ਆ, ਕਹਿੰਦੇ ਜੋ ਤੁਸੀਂ ਤਾਂ ਮੈਨੂੰ ਖਾਣਾ ਦਿੰਦੇ ਆ, ਕਹਿੰਦੇ ਜੋ ਉਹ ਦਿੰਦੀ ਉਹ ਬਹੁਤ ਚੰਗੀਆਂ ਚੀਜ਼ਾਂ ਦਿੰਦੀ ਆ। ਕਹਿੰਦੇ ਸੰਤ ਜਿਹੜੇ ਹੁੰਦੇ, ਜੇ ਸੰਤਾਂ ਦੀ ਕੋਈ ਨਿੰਦਿਆ ਹੀ ਨਾ ਹੋਵੇ ਤਾਂ ਉਹ ਪਾਰ ਵੀ ਨਹੀਂ ਲੰਘ ਸਕਦੇ। ਉਹਨਾਂ ਨੇ ਆਪਣੇ ਮਨ ਨੂੰ ਸਮਝਾਇਆ, ਕਹਿੰਦੇ ਜੋ ਉਹ ਕਰਦੀ ਹੈ ਕਹਿੰਦੇ ਮੇਰੇ ਲਈ ਚੰਗਾ ਕਰਦੀ ਹੈ, ਕਿਉਂਕਿ ਗਾਲਾਂ ਕੱਢਦੀ ਹੈ, ਕਹਿੰਦੇ ਮੇਰਾ ਜਨਮ ਸਫਲਾ ਹੋ ਜਾਊਗਾ। ਉਹਨਾਂ ਨੇ ਕੁਛ ਨਹੀਂ ਦੱਸਿਆ। ਉਹ ਫਿਰ ਆਉਂਦੇ ਰਹਿਣਾ। ਕਈ ਮਹੀਨੇ ਇੱਦਾਂ ਬੀਤੇ। ਇੱਕ ਦਿਨ ਉਹਦੇ ਘਰ ਦਾ ਦਰਵਾਜ਼ਾ ਲੱਗਾ, ਉਸ ਮਾਈ ਦੇ ਘਰ ਦਾ, ਤੇ ਅੰਦਰ ਪੋਚਾ ਲਗਾਉਂਦੀ ਪਈ ਆ। ਹੁਣ ਪੋਚਾ ਗੰਦੀਆਂ ਚੀਜ਼ਾਂ 'ਤੇ ਲਗਾਉਂਦੇ ਜਦੋਂ ਕੋਈ ਚੀਜ਼ ਡੁੱਲੀ ਹੁੰਦੀ ਆ, ਤੇ ਉਹ ਪੋਚਾ ਲਗਾਉਂਦੀ ਪਈ, ਅੰਦਰ ਕੁੰਡਾ ਲੱਗਿਆ। ਹੁਣ ਸੰਤਾਂ ਨੂੰ ਥੋੜ੍ਹਾ ਪਤਾ ਅੰਦਰ ਕੀ ਹੋ ਰਿਹਾ। ਉਹਨਾਂ ਨੇ ਬਾਹਰੋਂ ਡੋਰੇ ਖੜਕਾਤੀ। ਇੱਦਾਂ ਬਾਹਰ ਗਾਉਂਦੇ ਹੁੰਦੇ ਸੀ ਨਾ, ਭੇਟ ਡਪਲੀ ਤੇ ਭੇਟ ਗਾਉਣੀ, ਸੁਣ ਲੈਂਦੀ ਸੀ ਉਹ। ਉਹਨੂੰ ਪਤਾ ਲੱਗ ਗਿਆ ਕਿ ਬਾਹਰ ਸਾਧੂ ਆਇਆ। ਉਹ ਕ੍ਰੋਧ 'ਚ ਹੁਣ ਉਹ ਡੋਰ ਖੜਕਾਉਣ ਲੱਗ ਪਏ ਕਿ ਖੋਲ੍ਹਿਆ ਨਹੀਂ ਕੁੰਡਾ ਅੱਜ, ਕਿ ਸੁਣਿਆ ਹੀ ਨਹੀਂ ਮੈਨੂੰ ਨੇ ਖਰੇ, ਕਿ ਹੁਕਮ ਜੀ ਬਾਬਾ ਜੀ ਦਾ ਸੀਗਾ। ਇੰਨੀ ਸਹਿਣਸ਼ੀਲਤਾ ਹੋਣੀ ਚਾਹੀਦੀ ਸੰਤਾਂ ਵਿੱਚ। ਜਦੋਂ ਹੁਕਮ, ਜੇ ਤੁਸੀਂ ਕਿਸੇ ਨੂੰ ਮੰਨਦੇ ਆ, ਉਹਦਾ ਹੁਕਮ 'ਚ ਹੀ ਰਹਿਣਾ। ਉਹਦੇ ਹੁਕਮ 'ਚ ਵਿੱਚ ਜਾਨ ਵੀ ਚਲੇ ਜਾਏ, ਇੱਕ ਬੋਲ ਤੇ ਬਿਨ ਮੋਲੇ ਹੀ ਵਿਕ ਜਾਣਾ ਚਾਹੀਦਾ, ਜਿੱਦਾਂ ਉਹ ਸੰਤ ਵਿਕ ਗਏ। ਰੋਜ਼ ਗਾਲਾਂ ਖਾਂਦੇ ਆ। ਹੁਣ ਅੱਜ ਡੋਰੇ ਖੜਕਾਤੀ। ਜਦੋਂ ਡੋਰ ਖੜਕਾਈ, ਉਹ ਪੋਚਾ ਲਾਉਂਦੇ ਸੀ, ਗੰਦਾ ਲਿਬੜਿਆ। ਉਹਨੇ ਚੱਕ ਕੇ ਦਰਵਾਜ਼ਾ ਖੋਲ੍ਹਦੇ ਸਾਰੇ ਜ਼ੋਰ ਨਾਲ ਉਹ ਪੋਚਾ ਜਿਹੜਾ ਉਹਨਾਂ ਦੀ ਛਾਤੀ 'ਚ ਮਾਰਿਆ। ਉਹਨਾਂ ਨੇ ਪੋਚਾ ਇੱਦਾਂ ਹੀ ਛਾਤੀ ਨਾਲ ਲਾਇਆ, ਤੇਜ਼ ਤੇ ਦੌੜ ਪਿਆ। ਇੱਦਾਂ ਅੱਗੇ ਹੌਲੀ ਹੌਲੀ ਤੁਰ ਕੇ ਜਾਂਦੇ ਹੁੰਦੇ ਸੀ, ਉੱਦਾਂ ਫਟਾਫਟ ਲਾਂਘਾਂ ਵਧਾਤੀਆਂ, ਤੇ ਚਲ ਗਏ। ਚਿਹਰੇ 'ਤੇ ਖੁਸ਼ੀ ਆ। ਤੇ ਜਾ ਕੇ ਬਾਬਾ ਜੀ ਦੇ ਮੋਹਰੇ ਜਾ ਕੇ ਮੱਥਾ ਟੇਕਿਆ। ਉਹ ਕਹਿੰਦੇ, ਹੇ ਪੌਣਾ ਹਾਰੀ ਦੁੱਧਾ ਤਾਰੀ, ਕਿ ਮੈਂ ਅੱਜ ਜਿੱਤ ਕੇ ਆ ਗਿਆ। ਹੁਣ ਤਾਂ ਮੂਰਤੀ ਦੇ ਮੋਹਰੇ ਕਹਿ ਰਹੇ ਆ, ਕਹਿੰਦੇ ਬਾਬਾ ਜੀ ਮੇਰਾ ਜੋ ਤੁਸੀਂ ਮਿਸ਼ਨ ਦਿੱਤਾ ਹੈ ਮੇਰਾ ਪੂਰਨ ਹੋ ਗਿਆ। ਤੇ ਬਾਬਾ ਜੀ ਅੱਗੇ ਅਰਦਾਸ ਕਰਦੇ ਆ ਕਿ ਬਾਬਾ ਜੀ ਮੈਂ ਆ ਗਿਆ। ਫਿਰ ਉਹਨਾਂ ਨੇ ਜਿਹੜਾ ਪੋਚਾ ਸੀਗਾ, ਆਪਣੀ ਬੁੱਧੀ ਅਨੁਸਾਰ ਉਹਨਾਂ ਨੇ ਪੋਚੇ ਨੂੰ ਕਈ ਵਾਰੀ ਧੋਤਾ। ਇੱਕ ਵਾਰੀ ਨਹੀਂ, 2 4 5 7 ਵਾਰੀ ਧੋਤਾ। ਧੋ ਕੇ ਧੁੱਪੇ ਪਾਉਣਾ, ਫਿਰ ਧੋ ਦੇਣਾ, ਫਿਰ ਧੁੱਪੇ ਪਾਉਣਾ, ਫਿਰ ਧੋਣਾ, ਫਿਰ ਧੁੱਪੇ ਪਾਉਣਾ। ਤੇ ਉਹਨਾਂ ਨੇ ਉਹਦੀਆਂ ਛੋਟੀਆਂ ਛੋਟੀਆਂ ਲੀਰਾਂ ਕੀਤੀਆਂ। ਉਹਨੂੰ ਬੱਤੀ ਵੱਟ ਕੇ ਜੋਤ ਜਗਾਤੀ ਬਾਬਾ ਜੀ ਦੇ ਅੱਗੇ। ਤੇ ਹੁਣ ਉਹਨੂੰ ਮੱਥਾ ਟੇਕਿਆ। ਹੁਣ ਦੇਖ ਲਓ ਤੁਸੀਂ, ਉਹਦੀ ਜੋਤ ਜਗ ਗਈ ਉਸ ਗੰਦੇ ਪੋਚੇ ਦੀ, ਹੈ ਨਾ। ਤੇ ਉਹ ਹੁਣ ਜਿਹੜੀਆਂ ਪਿੰਡ ਦੀਆਂ ਲੜਕੀਆਂ ਹੁੰਦੀਆਂ, ਹੋਰ ਵੀ ਬਹੁਤੀਆਂ ਕੁੜੀਆਂ ਜਿਹੜੀਆਂ ਉਹਨਾਂ ਨੂੰ ਰੋਟੀ ਦਿੰਦੀਆਂ ਸੀ, ਉਹਨਾਂ ਨੇ ਸੋਚਿਆ ਕਿ ਬਾਬਾ ਜੀ ਆਏ ਹੀ ਨਹੀਂ, ਦੂਜੇ ਦਿਨ ਗਏ ਹੀ ਨਹੀਂ। ਉਹ ਕਿ ਉਹਨਾਂ ਦਾ ਜੋ ਮਿਸ਼ਨ ਭਗਵਾਨ ਇਹਦਾ ਪੂਰਾ ਹੋ ਗਿਆ ਨਾ, ਉਹ ਜਾਣੋ ਹਟ ਗਿਆ ਪਿੰਡ 'ਚ। ਤੇ ਹੁਣ ਪਿੰਡ ਦੀਆਂ ਲੜਕੀਆਂ ਜਦੋਂ ਆਈਆਂ, ਬਹੁਤੀਆਂ ਆਈਆਂ, ਉਹਨਾਂ ਨੇ ਪੁੱਛਿਆ, ਬੰਦੇ ਆਏ, ਉਹ ਕਹਿੰਦੇ ਬਾਬਾ ਜੀ ਕਿ ਤੁਸੀਂ ਹੁਣ ਖਾਣਾ ਨਹੀਂ ਮੰਗਣ ਆਏ, ਕੀ ਗੱਲ ਹੋਈ? ਕਹਿੰਦੇ ਨਾਲੇ ਸਾਨੂੰ ਦੱਸੋ ਕਿ ਜਦੋਂ ਉਸ ਔਰਤ ਨੇ ਪੋਚਾ ਮਾਰਿਆ, ਕਹਿੰਦੇ ਸਾਨੂੰ ਮਾੜਾ ਵੀ ਚੰਗਾ ਨਾ, ਸਾਨੂੰ ਦਿਲ ਬਹੁਤ ਦੁਖਿਆ ਤੁਹਾਡੇ ਲਈ। ਕੁਛ ਤਾਂ ਕਹਿੰਦੇ ਸਾਡੇ ਅੱਖਾਂ 'ਚ ਹੰਝੂ ਆ ਗਏ। ਉਹ ਕਹਿੰਦੇ ਵੀ ਮੈਂ ਬਹੁਤ ਖੁਸ਼ ਹਾਂ। ਉਹ ਕਹਿੰਦੇ ਗੱਲ ਕੀ ਆ? ਹੁਣ ਸੰਤਾਂ ਕਥਾ ਵਿੱਚ ਕਥਾ ਸ਼ੁਰੂ ਹੋਣ ਲੱਗੀ ਆ। ਹੁਣ ਜਿਹੜੀਆਂ ਪਿੰਡ ਦੀਆਂ ਲੜਕੇ ਆ, ਉਹ ਪੁੱਛਦੇ ਸੰਤਾਂ ਨੂੰ, ਕਥਾ ਵੀ ਸਟਾਰਟ। ਉਹ ਕਹਿੰਦੇ ਬਾਬਾ ਜੀ ਕਹਾਣੀ ਕੀ ਆ, ਤੁਸੀਂ ਖੁਸ਼ ਕਿਉਂ ਆ? ਉਹ ਫਿਰ ਸਾਰਾ ਕਹਾਣੀ ਸੁਣਾਉਂਦੇ। ਕਹਿੰਦੇ ਵੀ ਪੁੱਤਰੋ, ਮੈਨੂੰ ਕਹਿੰਦੇ ਇੱਕ ਦਿਨ ਪੌਣਾ ਹਾਰੀ ਦੁੱਧਾ ਤਾਰੀ 3 ਲੋਕ ਦੇ ਮਾਲਕ ਮੇਰੇ ਸੁਪਨੇ ਵਿੱਚ ਆਏ ਸੀ। ਉਹ ਕਹਿੰਦੇ ਵੀ ਇਹ ਮੇਰੀ ਹੈਗੀ ਭਗਤ ਨੇ, ਇਹਨੂੰ ਜਿਹੜੇ ਸਾਧੂ ਆ ਸਾਡੇ ਸੰਗ ਲੈ ਕੇ ਆਉਂਦੇ, ਕਹਿੰਦੇ ਜਿਹੜੇ ਸਾਡੇ ਨਾਮ 'ਤੇ ਇੱਦਾਂ ਪਰਚੀਆਂ ਕੱਟਦੇ ਆ, ਬਹੁਤ ਵੱਡੇ ਵੱਡੇ ਪੈਸੇ ਲੈਂਦੇ ਆ। ਕਹਿੰਦੇ ਉਹਨਾਂ ਤੋਂ ਇਹ ਦੁਖੀ ਸੀ। ਕਹਿੰਦੇ ਬਾਬਾ ਜੀ ਨੇ ਮੈਨੂੰ ਸੱਚਾ ਭਗਤ ਚੁਣਿਆ, ਪੌਣਾ ਹਾਰੀ ਮੈਨੂੰ ਦਰਸ਼ਨ ਦਿੰਦੇ ਆ। ਤੇ ਉਹ ਕਹਿੰਦੇ ਤੂੰ ਅਰਦਾਸ ਕਰਨੀ ਸਾਡੇ ਲਈ। ਬਾਬਾ ਜੀ ਕਹਿੰਦੇ ਤੂੰ ਅਰਦਾਸ ਕਰੀ ਇਸ ਮਾਈ ਲਈ
ਸਾਡੇ ਅੱਗੇ। ਉਹ ਕਹਿੰਦੇ ਫਿਰ ਮੈਂ ਅਰਦਾਸ ਕੀਤੀ ਜਦੋਂ ਪੋਚਾ ਮਾਰਿਆ ਨੇ ਹਨਾ, ਕਿ ਬਾਬਾ ਜੀ ਨੇ ਦੱਸਿਆ ਨਾ ਉਹਨੂੰ ਕਿ ਇਹਦੇ ਪੁੱਤਰ ਪੋਤਾ ਨਹੀਂ ਹੈਗਾ। ਪੋਤੇ ਕਰਕੇ ਕਹਿੰਦੇ ਮੇਰੇ ਕੋਲ ਆਉਂਦੀ ਹੁੰਦੀ ਸੀ, ਉਹ ਸਾਧੂ ਤੋਂ ਪੈਸੇ ਲੈ ਲੈਂਦੇ ਸੀ। ਉਹ ਉਦਾਸ ਹੋ ਗਏ, ਉਹਦੀ ਮਨੋਕਾਮਨਾ ਨਹੀਂ ਪੂਰੀ ਹੋਈ। ਬਾਬਾ ਜੀ ਦੇ ਅੱਗੇ ਫਿਰ ਉਹ ਸੰਤ ਆਪਣੀ ਬੁੱਧੀ ਅਨੁਸਾਰ ਕਹੇ ਨਾ, ਬਾਬਾ ਜੀ ਕਹਿੰਦੇ ਤੂੰ ਆਪਣੀ ਬੁੱਧੀ ਅਨੁਸਾਰ ਉਪਾਅ ਕਰਾਉਣਾ ਆ, ਅਰਦਾਸ ਕਰਨੀ ਆ। ਉਹ ਫਿਰ ਹੁਣ ਬਾਬਾ ਜੀ ਅੱਗੇ ਅਰਦਾਸ ਕਿੱਦਾਂ ਕੀਤੀ? ਉਹ ਕਹਿੰਦੇ ਵੀ ਮੈਂ ਇੱਦਾਂ ਅਰਦਾਸ ਕੀਤੀ ਕਿ ਹੇ ਬਾਬਾ ਜੀ, ਇਹਨੇ ਮੇਰੇ ਪੋਚਾ ਮਾਰਿਆ ਹਨਾ, ਮੈਂ ਉਹ ਪੋਚਾ ਛਾਤੀ ਦੇ ਨਾਲ ਲਾ ਲਿਆ। ਜਦੋਂ ਕੋਈ ਕਿਸੇ ਦੇ ਪੋਤਾ ਹੁੰਦਾ ਆ, ਉਹ ਆਪਣੀ ਛਾਤੀ ਨਾਲ ਹੀ ਲਾਉਂਦਾ ਨਾ, ਖੁਸ਼ ਹੋ ਜਾਂਦਾ ਨਾ। ਕਹਿੰਦੇ ਮੈਂ ਕਿਹਾ ਰੱਬਾ, ਇਹਨੇ ਮੇਰੇ ਪੋਚਾ ਮਾਰਿਆ, ਤੂੰ ਇਹਦੀ ਬਦਲੇ ਇਹਨੂੰ ਪੋਤਾ ਦੇ ਦੇ। ਬਾਬਾ ਜੀ ਖੁਸ਼ ਹੋ ਗਏ, ਕਹਿੰਦੇ ਕਿਆ ਬਾਤ ਆ, ਕਹਿੰਦੇ ਮੇਰਾ ਭਗਤ ਬਹੁਤ ਬੁੱਧੀਮਾਨ ਹੋ ਗਿਆ। ਪੌਣਾ ਹਾਰੀ ਖੁਸ਼ ਹੋ ਜਾਂਦੇ ਆ। ਉਹ ਕਹਿੰਦੇ ਤੇਰੀ ਮਨੋਕਾਮਨਾ ਪੂਰਨ ਹੋ ਗਈ। ਪਰ ਹੋਣੀ ਕਿੱਦਾਂ ਆ? ਸਿੱਧਾ ਤੁਸੀਂ ਬਾਬਾ ਜੀ ਨੂੰ ਲੱਖ ਕਹੀ ਜਾਓ ਕਿ ਮੈਨੂੰ ਪੋਤਾ ਦੇ ਦੇ, ਮੈਂ ਬਾਹਰ ਚੱਲ ਜਾਵਾਂ, ਆਹ ਹੋ ਜਾ, ਕੱਖ ਨਹੀਂ ਹੋਣਾ। ਕਿ ਜਿਹੜੇ ਬਾਬਾ ਜੀ ਦੇ ਭਗਤ ਹੁੰਦੇ, ਵਿੱਚ ਸੰਤ ਸਾਧੂ ਹੁੰਦੇ ਆ, ਰੱਬ ਉਹਨਾਂ ਦੀ ਸੁਣਦਾ ਆ। ਫਿਰ ਉਹ ਬਾਬਾ ਜੀ ਨੇ ਉਸ ਸੰਤਾਂ ਦੀ ਸੁਣੀ। ਬਾਬਾ ਜੀ ਉਹ ਫਿਰ ਸੰਤ ਕਹਿੰਦੇ ਆ, ਉਹ ਕਹਿੰਦੇ ਪੁੱਤਰੋ, ਕਹਿੰਦੇ ਜਦੋਂ ਹਨਾ ਇਹਦੇ ਪੋਤਾ ਹੋਣਾ ਆ, ਕਹਿੰਦੇ ਨੇ ਆਪੇ ਹੀ ਖੁਸ਼ੀ ਨਾਲ ਬਾਜੇ ਢੋਲਾਂ ਨਾਲ ਭੰਗੜੇ ਪਾਉਂਦੇ ਆਉਣਾ ਨਾਲ। ਕਹਿੰਦੇ ਖੁਦ ਨੂੰ ਵੀ ਲੈ ਕੇ ਆਉਗੇ, ਜਿਹੜਾ ਖੁਦ ਨੂੰ ਬੱਕਰਾ ਚੜ੍ਹਦਾ ਆ। ਤਾਂ ਫਿਰ ਸਮਾਂ ਪੈਂਦਾ, ਉਹ ਜਿਹੜੀ ਔਰਤ ਹੁੰਦੀ ਬਾਬਾ ਜੀ ਭਗਤ ਨੇ, ਉਹਦੇ ਘਰ ਪੋਤਾ ਹੋ ਜਾਂਦਾ। ਫਿਰ ਉਹ ਖੁਸ਼ੀ ਖੁਸ਼ੀ ਭੰਗੜੇ ਪਾਉਂਦੇ ਆਉਂਦੇ ਆ, ਕਿਉਂਕਿ ਤਾਂ ਆਉਂਦੀ ਆ ਉਹ ਪਿੰਡ ਦੀਆਂ ਜਿਹੜੀਆਂ ਗੁਆਂਢਣਾਂ ਹੁੰਦੀਆਂ ਉਹ ਦੱਸਦੀਆਂ, ਕਹਿੰਦੇ ਤੂੰ ਪੋਚਾ ਮਾਰਿਆ, ਤੇਰੇ ਲਈ ਅਰਦਾਸ ਕੀਤੀ ਆ, ਕਹਿੰਦੇ ਹੁਣ ਤੇਰੇ ਪੋਤਾ ਹੋਣਾ ਐਸੇ ਹੀ ਸਾਲ। ਫਿਰ ਸੱਚੀ ਪੋਤਾ ਹੋ ਜਾਂਦਾ। ਫਿਰ ਉਹਨੂੰ ਗਿਆਨ ਹੁੰਦਾ ਕਿ ਮੈਂ ਐਵੇਂ ਹੀ ਬਾਬਾ ਜੀ ਨੂੰ ਦੋਸ਼ ਦਿੰਦੀ ਗਈ। ਤੁਸੀਂ ਸਹੀ ਚੋਣ ਕਰਨੀ ਹੈ ਕਿ ਤੁਸੀਂ ਜਿਹੜਾ ਧਨ ਦਿੰਦੇ ਆ ਉਹ ਬਾਬਾ ਜੀ ਸਹੀ ਲੱਗਦਾ ਵੀ ਆ। ਉਹ ਸੰਤ ਲੰਗਰ ਵੀ ਲਾਉਂਦੇ ਆ, ਕੋਈ ਦਾਨ ਵੀ ਕਰਦੇ ਤੁਹਾਡੇ ਧਨ ਦਾ। ਜਿੱਦਾਂ ਕੋਈ ਪੈਸੇ ਦਿੰਦਾ, ਕੋਈ ਬਜਰੀ ਨੂੰ ਪੈਸੇ ਦਿੰਦਾ, ਕੋਈ ਸੀਮਟ ਨੂੰ ਦਿੰਦਾ, ਕੋਈ ਸਰੀਆਂ ਨੂੰ ਦਿੰਦਾ। ਉਹ ਹੁਣ ਤੁਸੀਂ ਦੇਖਣਾ ਕਿ ਸਾਡਾ ਲੱਗਦਾ ਵੀ ਆ, ਕਿਤੇ ਝੰਡਾ ਚੜ੍ਹਦਾ ਵੀ 31,000 ਦਾ ਜਾਂ 51,000 ਦਾ। ਕਿਸੇ ਵੇਲੇ ਕੀ ਹੁੰਦਾ, ਝੰਡਾ ਬਣਾ ਲੈਣਾ 500 ਰੁਪਏ ਦਾ, ਅਗਲੇ ਤੋਂ ਲੈ ਲੈਣਾ 51,000 ਰੁਪਈਆ। ਫਿਰ ਤੁਸੀਂ ਗਾਲਾਂ ਕਿਹਨੂੰ ਕੱਢਣੀਆਂ? ਬਾਬਾ ਜੀ ਨੂੰ, ਕਿ ਬਾਬਾ ਜੀ ਨੇ ਮੇਰੀ ਮਨੋਕਾਮਨਾ ਨਹੀਂ ਪੂਰੀ ਕੀਤੀ। ਬਾਬਾ ਪੌਣਾ ਹਰੀ ਕਿੰਨੇ ਦਿਆਲੂ ਆ, ਕਿੰਨੇ ਕਿਰਪਾਲੂ ਆ, ਫਿਰ ਵੀ ਉਹਨੂੰ ਪੋਤਾ ਦੇ ਦਿੱਤਾ। ਇਸ ਕਰਕੇ ਅੱਗੇ ਤੋਂ ਇਸ ਕਥਾ ਵਿੱਚ ਇਹ ਗਿਆਨ ਮਿਲਦਾ, ਸਾਰਿਆਂ ਨੇ ਧਿਆਨ ਰੱਖਣਾ ਜਦੋਂ ਤੁਸੀਂ ਦਾਨ ਕਰਦੇ, ਤੁਹਾਡਾ ਸਹੀ ਦਾਨ ਲੱਗਦਾ ਵੀ ਆ। ਇਸ ਕਰਕੇ ਸਾਡਾ ਕਹਿਣਾ ਹੈ ਕਿ ਬਾਬਾ ਜੀ ਨੂੰ ਦੋਸ਼ ਨਾ ਦਿਓ, ਆਪਣੀ ਸੇਵਾ ਸਹੀ ਕਰੋ ਕਿ ਤੁਹਾਡਾ ਦਿੱਤਾ ਹੋਇਆ ਧਨ ਲੱਗਦਾ ਵੀ ਆ, ਫਿਰ ਉਹਨੂੰ ਫਲ ਲੱਗਣਾ। ਐਗਜ਼ਾਮਪਲ ਤੌਰ 'ਤੇ ਜੇ ਤੁਸੀਂ ਹੁਣ ਕਣਕ ਦੇ ਬੀਜ ਵਾ, ਹੁਣ ਮੋਰੇ ਕਣਕ ਦਾ ਸੀਜ਼ਨ ਆ, ਕਣਕ ਦੇ ਬੀਜ ਤੁਸੀਂ ਧਰਤੀ 'ਚ ਪਾ ਦਿੰਦੇ ਆ, ਜੇ ਉਹ ਧਰਤੀ 'ਚ ਉੱਗਣੇ ਹੀ ਨਾ ਤਾਂ ਵਾਧਾ ਕਿੱਥੋਂ ਹੋ? ਜੇ ਉਹਨੂੰ ਕਾਂ ਹੀ ਚੁੱਕ ਕੇ ਲੈ ਜਾਣ। ਕਈ ਕਾਰੰਗਈ ਆ, ਉਹ ਕਾਰੰਗਈ ਚੁੱਕ ਕੇ ਲੈ ਜਾਂਦੇ ਆ। ਆਪਾਂ ਕਹਿੰਦੇ ਹੀ ਸਾਧੂ ਹੁੰਦੇ ਆ। ਇਸ ਕਰਕੇ ਸਮਝਦਾਰ ਨੂੰ ਇਸ਼ਾਰਾ ਬਹੁਤ, ਸਾਰੇ ਹੀ ਸਮਝ ਗਏ ਤੁਸੀਂ। ਬਾਬਾ ਜੀ ਦੀ ਭਗਤੀ ਕਰਨੀ ਆ ਸੱਚੇ ਦਿਲੋਂ, ਕਦੀ ਵੀ ਦੋਸ਼ ਨਹੀਂ ਦੇਣਾ, ਕਿਸੇ ਨੂੰ ਮਿਹਣਾ ਨਾ ਮਾਰੋ। ਅੱਛਾ, ਇਸ ਤੋਂ ਇੱਕ ਹੋਰ ਗਿਆਨ ਮਿਲਦਾ, ਜਿੱਦਾਂ ਹੁਣ ਇੱਕ ਕੋਈ ਗੰਦਾ ਬੰਦਾ ਆ, ਜਿੱਦਾਂ ਇਨਸਾਨ ਵੀ ਕਈ ਗੰਦੇ ਹੁੰਦੇ, ਕੋਈ ਨਸ਼ੇ ਕਰਦਾ, ਕੋਈ ਸ਼ਰਾਬਾਂ ਪੀਂਦਾ, ਕਿਸੇ ਦਾ ਮਨ ਹੀ ਬਹੁਤ ਗੰਦਾ ਆ। ਕੋਈ ਵੀ ਆ, ਕੋਈ ਵੀ ਪ੍ਰਾਣੀ, ਚਾਹੇ ਕੋਈ ਲੜਕੀ ਚਾਹੇ ਕੋਈ ਲੜਕਾ, ਜੋ ਪਰਮਾਨੈਂਟ ਪੋਚੇ ਦੀ ਤਰ੍ਹਾਂ ਬਾਬਾ ਜੀ ਦੇ ਘਰ ਚੜ੍ਹ ਜਾਵੇ, ਵਾਪਸ ਨਾ ਆਵੇ। ਹੁਣ ਪੋਚਾ ਨੇ ਵਾਪਸ ਥੋੜ੍ਹ ਲਿਆਂਦਾ, ਉਹ ਵਾਪਸ ਨਾ ਆਵੇ, ਆਪਣਾ ਜੀਵਨ ਹੀ ਬਾਬਾ ਜੀ ਦੇ ਦਾਨ ਕਰ ਦੇਵੇ ਕਿ ਹੇ ਪ੍ਰਮਾਤਮਾ, ਚਾਹੇ ਗੰਦਾ ਚਾਹੇ ਮੰਦਾ, ਮੈਂ ਤੇਰਾ ਹੀ ਆ। ਤਾਂ ਜਿੱਦਾਂ ਉਹ ਜੋਤ ਨੂੰ ਲੋਕ ਮੱਥਾ ਟੇਕਣ ਲੱਗ ਪਏ ਸੀ ਨਾ, ਪੋਚੇ ਵਾਲੀ ਜੋਤ ਨੂੰ, ਇੱਦਾਂ ਹੀ ਉਸ ਬੰਦੇ ਨੂੰ ਵੀ ਦੁਨੀਆ ਮੱਥੇ ਟੇਕੂਗੀ, ਚਾਹੇ ਦੁਨੀਆ ਲੱਖ ਉਹਨੂੰ ਮੰਦਾ ਕਵੇ, ਉਹ ਪੋਚੇ ਦੀ ਤਰ੍ਹਾਂ ਚੜ੍ਹ ਜਾਵੇ, ਇੱਕ ਨਾ ਇੱਕ ਦਿਨ ਉਹਦਾ ਜੱਗ ਤੇ ਨਾਮ ਹੋਊਗਾ। ਇਹ ਸੱਚ ਵਾ, ਅਟੱਲ ਹੈ ਉਹ। ਪਰ ਉਹ ਗੰਦਾ ਬਾਬਾ ਜੀ ਨੇ ਹੌਲੀ ਹੌਲੀ ਸਾਫ਼ ਕਰਨਾ, ਜਿੱਦਾਂ ਉਹ ਸੰਤਾਂ ਨੇ ਪੋਚਾ ਸਾਫ਼ ਕੀਤਾ ਹੈ। ਠੀਕ ਹੈ ਜੀ। ਅੱਗੇ ਤੋਂ ਕਦੀ ਵੀ ਬਾਬਾ ਜੀ ਨੂੰ ਗਾਲਾਂ ਨਹੀਂ ਕੱਢਣੀਆਂ, ਆਪਣਾ ਦਾਨ ਸਹੀ ਤਰੀਕੇ ਨਾਲ ਸੋਚ ਸਮਝ ਕੇ ਕਰਨਾ। ਬੋਲੀਏ ਸੱਚੇ ਦਰਬਾਰ ਕੀ ਜੈ। ਜੈਕਾਰਾ ਪਾਉਣਾ ਹਰੀ ਬਾਬਾ ਜੀ ਦਾ।